ਸਤਿ ਸ਼੍ਰੀ ਅਕਾਲ ਜੀ। ਮੈਂ ਅੰਮ੍ਰਿਤ ਕਲੀਨਿਕ ਕਚਹਿਰੀ ਚੌਂਕ ਮਾਲ ਰੋਡ ਅੰਮ੍ਰਿਤਸਰ ਤੋਂ ਕਾਉਂਸਲਰ ਬੋਲਦੀ ਹਾਂ। ਅੱਜ ਆਪਾਂ ਜਿਹੜੇ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਜ਼ਰੂਰੀ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਕ੍ਰੂਸ਼ਲ ਰੋਲ ਪਲੇ ਕਰਦਾ ਹੈ। ਸਮੋਕਿੰਗ ਦੇ ਉੱਪਰ ਕਿ ਅਸੀਂ ਸਮੋਕਿੰਗ ਨੂੰ ਜਾਂ ਫਿਰ ਬੀੜੀ ਨੂੰ ਜਾਂ ਫਿਰ ਚਿਊਏਬਲ ਟੋਬੈਕੋ ਜਿਵੇਂ ਕਿ ਗੁਟਕਾ, ਪਾਨ ਮਸਾਲਾ, ਇਹਨਾਂ ਆਦਤਾਂ ਨੂੰ ਆਪਣੇ ਤੋਂ ਕਿਵੇਂ ਦੂਰ ਰੱਖ ਸਕਦੇ ਹਾਂ। ਸੋ ਇਹ ਦੱਸਣ ਦੀ ਮੈਨੂੰ ਜ਼ਰੂਰਤ ਨਹੀਂ ਹੈ ਕਿ ਸਿਗਰਟ, ਬੀੜੀ ਜਾਂ ਪਾਨ ਮਸਾਲੇ ਨੂੰ ਛੱਡਣਾ ਇੰਨਾ ਜ਼ਰੂਰੀ ਕਿਉਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਫਿਜ਼ੀਕਲ, ਮੈਂਟਲ ਅਤੇ ਸੈਕਸੁਅਲ ਹੈਲਥ ਤਿੰਨਾਂ ਦੇ ਉੱਪਰ ਕਿੰਨਾ ਐਡਵਰਸ ਇੰਪੈਕਟ ਔਰ ਖਰਾਬ ਪ੍ਰਭਾਵ ਪੈਂਦਾ ਹੈ। ਤੁਸੀਂ ਬਹੁਤ ਸਾਰੇ ਐਡਵਰਟਾਈਜ਼ਮੈਂਟ ਵੇਖੇ ਹੋਣਗੇ, ਮੂਵੀਜ਼ ਦੇ ਪਹਿਲਾਂ ਵੇਖਿਆ ਹੋਵੇਗਾ ਅਤੇ ਸਿਗਰਟ ਦੇ ਡੱਬੇ ਉੱਪਰ ਵੀ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ। ਉਸ ਟੌਪਿਕ 'ਤੇ ਨਾ ਆਉਂਦੇ ਹੋਏ ਮੈਂ ਸਿੱਧਾ ਕੰਮ ਦੀ ਗੱਲ 'ਤੇ ਆਉਂਦੀ ਹਾਂ ਕਿ ਅਗਰ ਅਸੀਂ ਇਹਨੂੰ ਛੱਡਣਾ ਚਾਹੁੰਦੇ ਹਾਂ ਤਾਂ ਛੱਡੀਏ ਕਿਵੇਂ। ਕਈ ਸਾਰੇ ਲੋਕ ਆ ਕੇ ਸਾਨੂੰ ਬੋਲਦੇ ਹੈ ਕਿ ਸਿਗਰਟ ਛੱਡਣਾ ਚਾਹੁੰਦੇ ਹਾਂ ਪਰ ਛੱਡ ਹੀ ਨਹੀਂ ਜਾਂਦੀ। ਅਤੇ ਮੈਂ ਕੁਛ ਟਿਪਸ ਦੱਸਣ ਜਾ ਰਹੀ ਹਾਂ ਜਿਨ੍ਹਾਂ ਨੂੰ ਤੁਸੀਂ ਫੋਲੋ ਕਰੋਗੇ ਤਾਂ ਸਿਗਰਟ ਨੂੰ, ਬੀੜੀ ਅਤੇ ਪਾਨ ਮਸਾਲੇ ਨੂੰ ਛੱਡਣਾ ਬਹੁਤ ਆਸਾਨ ਹੋ ਜਾਵੇਗਾ। ਸਭ ਤੋਂ ਪਹਿਲਾ ਸਟੈਪ ਆਉਂਦਾ ਹੈ ਕੁਇਟ ਡੇਟ ਡਿਸਾਈਡ ਕਰਨਾ। ਕੁਇਟ ਡੇਟ ਮਤਲਬ ਇੱਕ ਇੱਦਾਂ ਦਾ ਦਿਨ ਜਿਸ ਦਿਨ ਤੁਸੀਂ ਛੱਡ ਦੇਵੋਗੇ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਕੁਇਟ ਡੇਟ ਜੋ ਆਪਾਂ ਡਿਸਾਈਡ ਕਰਦੇ ਹਾਂ ਇਹ ਲਗਭਗ ਅੱਜ ਤੋਂ 2 ਹਫ਼ਤੇ ਬਾਅਦ ਜਾਂ 3 ਹਫ਼ਤੇ ਦੇ ਕਰੀਬ ਹੋਣੀ ਚਾਹੀਦੀ ਹੈ। ਮਤਲਬ ਅਗਰ ਤੁਸੀਂ ਅੱਜ ਡਿਸੀਜ਼ਨ ਲੈ ਲਿਆ ਕਿ ਮੈਂ ਇਸ ਆਦਤ ਨੂੰ ਛੱਡਣ ਲਈ ਪ੍ਰਤੀਬੱਧ ਹਾਂ ਅਤੇ ਕੁਇਟ ਡੇਟ ਨੂੰ ਲਗਭਗ 2 ਤੋਂ 3 ਹਫ਼ਤੇ ਬਾਅਦ ਰੱਖੋ। ਦੂਸਰੀ ਚੀਜ਼, ਜਦੋਂ ਕੁਇਟ ਡੇਟ ਤੁਸੀਂ ਚੁਣਦੇ ਹੋ ਉਸ ਨੂੰ ਥੋੜ੍ਹਾ ਸੋਚ ਸਮਝ ਕੇ ਚੁਣੋ। ਇੱਦਾਂ ਹੁੰਦਾ ਹੈ ਕਿ ਕੁਇਟ ਡੇਟ ਕਿਸੇ ਚੀਜ਼ ਤੋਂ ਕੰਸਾਈਡ ਕਰਦੀ ਹੈ, ਜਿਵੇਂ ਕਿ ਤੁਹਾਡਾ ਬਰਥਡੇ, ਐਨੀਵਰਸਰੀ ਜਾਂ ਬੱਚਿਆਂ ਦਾ ਬਰਥਡੇ ਜਾਂ ਵਾਈਫ ਦਾ ਬਰਥਡੇ ਜਾਂ ਫਿਰ ਸਾਲ ਦਾ ਪਹਿਲਾ ਦਿਨ। ਕਿਸੇ ਸਪੈਸ਼ਲ ਡੇ ਨਾਲ ਕੰਸਾਈਡ ਕਰਦਾ ਹੈ, ਜਿਵੇਂ ਕਿ ਸਪੈਸ਼ਲ ਡੇ 'ਤੇ ਪੈਂਦਾ ਹੈ ਅਤੇ ਚਾਂਸਿਸ ਕੁਇਟ ਕਰਨ ਦੇ ਵੱਧ ਜਾਂਦੇ ਹੈ। ਅਤੇ ਪਹਿਲਾ ਸਟੈਪ ਕੁਇਟ ਡੇਟ ਡਿਸਾਈਡ ਕਰਨਾ। ਉਹ ਕੁਇਟ ਡੇਟ 2 ਤੋਂ 3 ਹਫ਼ਤੇ ਬਾਅਦ ਹੋਣੀ ਚਾਹੀਦੀ ਹੈ। ਦੂਸਰੀ ਚੀਜ਼, ਤੁਹਾਡੇ ਜਿੰਨੇ ਵੀ ਪਰਿਵਾਰ ਵਾਲੇ ਜਾਂ ਦੋਸਤ ਹਨ ਉਹਨਾਂ ਨੂੰ ਇਸ ਚੀਜ਼ ਬਾਰੇ ਅਵਗਤ ਕਰਵਾ ਦਿਓ। ਉਹਨਾਂ ਸਭ ਨੂੰ ਇਹ ਗੱਲ ਦੱਸ ਦਿਓ ਕਿ ਤੁਸੀਂ ਸਿਗਰਟ ਛੱਡਣ ਬਾਰੇ ਡਿਸਾਈਡ ਕਰ ਲਿਆ ਹੈ। ਇੱਦਾਂ ਹੁੰਦਾ ਹੈ ਕਿ ਜਦ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਅਤੇ ਇੱਕ ਲੈਵਲ ਦੇ ਸਾਈਕੋਲੋਜੀਕਲ ਪ੍ਰੈਸ਼ਰ ਸਾਡੇ ਉੱਪਰ ਆਉਂਦਾ ਹੈ ਅਤੇ ਕੁਇਟ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਤੀਸਰੀ ਚੀਜ਼, ਹੁਣ ਤੁਸੀਂ ਡਿਸਾਈਡ ਕਰ ਲਈ ਹੈ ਕੁਇਟ ਡੇਟ, ਅੱਜ ਤੋਂ 15 ਦਿਨ ਬਾਅਦ ਹੈ। ਹੁਣ ਅਸੀਂ ਸਟਾਰਟ ਕਰਦੇ ਹਾਂ ਜਿਸ ਨੂੰ ਅਸੀਂ ਬੋਲਦੇ ਹਾਂ ਨਿਕੋਟੀਨ ਫੀਡਿੰਗ ਟੈਕਨੀਕ। ਮਤਲਬ ਜੋ ਨਿਕੋਟੀਨ ਹੁੰਦੀ ਹੈ ਤੁਹਾਡੇ ਸਿਗਰਟ ਵਿੱਚ ਜਾਂ ਤੁਹਾਡੀ ਬੀੜੀ ਵਿੱਚ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਰੀਰ ਵਿੱਚ ਉਸ ਦੀ ਜਾਨ ਦੀ ਮਾਤਰਾ ਘੱਟ ਹੁੰਦੀ ਜਾਵੇ। ਸਾਡਾ ਏਮ ਰਹਿੰਦਾ ਹੈ ਕਿ 15 ਦਿਨ ਤੱਕ ਆਉਂਦੇ ਨਿਕੋਟੀਨ ਦੀ ਮਾਤਰਾ 50% ਤੋਂ ਘੱਟ ਕਰ ਦਈਏ। ਜਿਵੇਂ ਕਿ ਮੰਨ ਲਓ 10 ਸਿਗਰਟ ਤੁਸੀਂ ਪੀਂਦੇ ਹੋ ਰੋਜ਼, ਉਹ 15 ਦਿਨ ਤੱਕ ਆਉਂਦੇ 5 ਹੋ ਜਾਣੀਆਂ ਚਾਹੀਦੀਆਂ ਹਨ। ਹੁਣ ਆਉਂਦੀ ਹੈ ਚੌਥੀ ਗੱਲ। ਚੌਥੀ ਗੱਲ ਹੈ ਮੈਡੀਕੇਸ਼ਨ। ਅੱਜ ਕੱਲ੍ਹ ਕਾਫੀ ਵਧੀਆ ਮੈਡੀਸਿਨਸ ਆ ਗਈਆਂ ਹੈ ਮਾਰਕੀਟ ਵਿੱਚ ਸਿਗਰਟ ਨੂੰ ਛੱਡਣ ਲਈ ਜਾਂ ਬੀੜੀ ਨੂੰ ਛੱਡਣ ਲਈ। ਉਹ ਮੈਡੀਸਿਨਸ ਬਾਰੇ ਅਗਲੇ ਵੀਡੀਓ ਵਿੱਚ ਗੱਲ ਕਰਾਂਗੇ। ਲੇਕਿਨ ਜੇ ਤੁਸੀਂ ਕੁਛ ਮੈਡੀਸਿਨਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਹ ਵੀ ਤੁਸੀਂ ਅੱਜ ਤੋਂ ਸਟਾਰਟ ਕਰ ਲਵੋ। ਮਤਲਬ ਕਿ ਕੁਇਟ ਡੇਟ ਤੋਂ ਲਗਭਗ 15 ਦਿਨ ਪਹਿਲਾਂ ਤੋਂ ਸ਼ੁਰੂਆਤ ਕਰ ਦੇਵੋ। ਫਾਈਨਲੀ ਗੱਲ ਆਉਂਦੀ ਹੈ ਕਿ ਚਲਿਏ ਆਪਾਂ ਡਿਸਾਈਡ ਕਰ ਲਿਆ
कि 15 दिन बीत गए, ਅਸੀਂ ਆਪਣੀ ਸਿਗਰਟ ਦੀ ਇਨਟੇਕ ਨੂੰ ਅੱਧਾ ਕਰ ਲਿਆ। ਹੁਣ ਕੱਲ੍ਹ ਸਾਡਾ ਕੁਇਟ ਡੇਟ ਆ ਗਿਆ। ਹੁਣ ਕੀ ਕਰਨਾ ਹੈ? ਇੱਕ ਕੰਸੈਪਟ ਹੁੰਦਾ ਹੈ ਸੈਰੀਮੋਨੀਅਲ ਗੈਸਚਰਸ ਦਾ, ਮਤਲਬ ਕਿ ਜੋ ਵੀ ਚੀਜ਼ਾਂ ਜੋ ਸਿਗਰਟ ਨਾਲ ਜੁੜੀਆਂ ਹਨ ਉਸ ਨੂੰ ਡਿਸਟਰੋਏ ਕਰਨਾ, ਅਤੇ ਇੱਕ ਛੋਟਾ ਜਿਹਾ ਨਾਟਕ ਕਰਨਾ ਹੈ ਤਾਂ ਕਿ ਤੁਹਾਡੇ ਅੰਦਰ ਜੋ ਡੈਡੀਕੇਸ਼ਨ ਹੈ ਉਹ ਥੋੜ੍ਹੀ ਜਿਹੀ ਹੋਰ ਸਟਰੋਂਗ ਹੋਣ। ਨਾਟਕ ਮਤਲਬ ਕਿ ਜੋ ਐਸ਼ਟਰੇਜ਼ ਤੁਸੀਂ ਇਸਤੇਮਾਲ ਕਰਦੇ ਹੋ ਜਾਂ ਫਿਰ ਜੋ ਪੁਰਾਣੇ ਡੱਬੇ ਜਾਂ ਨਵੇਂ ਸਿਗਰਟ ਦੇ ਡੱਬੇ ਪਏ ਹੋਣ, ਉਹਨਾਂ ਸਭ ਨੂੰ ਇੱਕ ਇੱਕ ਕਰਕੇ ਅੱਗ ਲਗਾ ਦੇਣੀ ਹੈ। ਇਹ ਨਾਟਕ ਕਰਨ ਨਾਲ ਫਾਇਦਾ ਇਹ ਹੈ ਕਿ ਤੁਹਾਡੇ ਦਿਮਾਗ ਨੂੰ ਇੱਕ ਸਟਿਮੂਲਸ ਮਿਲਦਾ ਹੈ, ਇੱਕ ਸਿਗਨਲ ਮਿਲਦਾ ਹੈ ਕਿ ਆਈ ਐਮ ਸੀਰੀਅਸ ਅਬਾਊਟ ਦਿਸ ਥਿੰਗ। ਜਦੋਂ ਤੁਸੀਂ ਇਹ ਗੈਸਚਰ ਕਰਦੇ ਹੋ ਅਤੇ ਸਭ ਨੂੰ ਦੱਸ ਦਿੰਦੇ ਹੋ, ਅਗਲੇ ਹੀ ਦਿਨ ਤੁਸੀਂ ਸਿਗਰਟ ਛੱਡ ਦਿੰਦੇ ਹੋ। ਹੁਣ ਸਿਗਰਟ ਛੱਡਣਾ ਫਿਰ ਵੀ ਆਸਾਨ ਹੈ, ਪਰ ਸਿਗਰਟ ਨੂੰ ਛੱਡੇ ਰੱਖਣਾ ਹੋਰ ਵੀ ਜ਼ਿਆਦਾ ਮੁਸ਼ਕਿਲ। ਪ੍ਰੋਬਲਮ ਆਉਂਦੀ ਹੈ ਕਿ ਅਸੀਂ ਕਾਫੀ ਮੋਟੀਵੇਸ਼ਨ ਅਤੇ ਡੈਡੀਕੇਸ਼ਨ ਨਾਲ ਸਿਗਰਟ ਨੂੰ ਛੱਡ ਦਿੱਤਾ, ਪਰ ਅਗਲੇ ਦਿਨ ਤੁਸੀਂ ਆਫਿਸ ਗਏ ਅਤੇ ਤੁਹਾਡਾ ਮਨ ਕਰ ਰਿਹਾ ਸਿਗਰਟ ਲੈਣ ਨੂੰ। ਅਤੇ ਇਸ ਮਨ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ, ਇਹ ਜ਼ਿਆਦਾ ਇੰਪੋਰਟੈਂਟ ਹੈ। ਅਸੀਂ ਲੋਕ ਬੋਲਦੇ ਹਾਂ ਕਿ ਉਸ ਮਨ ਨੂੰ ਰੋਕਣ ਲਈ ਜਾਂ ਫਿਰ ਇਸ ਕ੍ਰੇਵਿੰਗ ਨੂੰ, ਇਸ ਤਲਬ ਨੂੰ ਰੋਕਣ ਲਈ 5 Ds ਦਾ ਇਸਤੇਮਾਲ ਕਰਨਾ ਹੁੰਦਾ। ਕੀ ਹੈ ਇਹ 5 Ds? ਪਹਿਲਾ ਡੀ ਹੁੰਦਾ ਹੈ ਡਿਲੇ, ਜੋ ਕਿ ਤਲਬ ਹੁੰਦੀ ਹੈ, ਇੱਕ ਕ੍ਰੇਵਿੰਗ ਹੁੰਦੀ ਹੈ। ਉਹ ਇੱਕ ਲਹਿਰ ਵਾਂਗ ਹੁੰਦੀ ਹੈ, ਵੱਧਦੀ ਹੈ, ਫਿਰ ਵੱਧਦੀ ਹੈ, ਇੰਟੈਂਸ ਹੁੰਦੀ ਹੈ ਅਤੇ ਫਿਰ ਘੱਟ ਹੋ ਕੇ ਖ਼ਤਮ ਹੋ ਜਾਂਦੀ ਹੈ। ਸਾਇੰਸ ਅਤੇ ਰਿਸਰਚ ਇੱਦਾਂ ਕਹਿੰਦਾ ਹੈ ਕਿ ਲਗਭਗ ਅਸੀਂ 3 ਤੋਂ 5 ਮਿੰਟ ਤੱਕ ਆਪਣੀ ਤਲਬ ਨੂੰ ਰੋਕ ਪਾਈਏ ਅਤੇ ਫਿਰ ਉਹ ਤਲਬ ਦਾ ਇੱਕ ਜੋ ਲੈਵਲ ਹੈ, ਡਿਜ਼ਾਇਰ ਦਾ ਜੋ ਲੈਵਲ ਹੈ, ਉਹ ਕਾਫੀ ਘੱਟ ਹੋ ਜਾਂਦਾ ਹੈ। ਫਿਰ ਅਸੀਂ ਉਸ ਨੂੰ ਕੰਟਰੋਲ ਕਰ ਸਕਦੇ ਹਾਂ। ਅਤੇ ਪਹਿਲਾ ਡੀ ਹੈ ਡਿਲੇ। ਦੂਸਰਾ ਡੀ ਹੈ ਡਿਸਟਰੈਕਟ। ਇਸ ਦਾ ਮਤਲਬ ਆਪਣੇ ਮਨ ਨੂੰ ਹੋਰ ਕਿਸੇ ਪਾਸੇ ਲਗਾਉਣਾ। ਜਿਸ ਟਾਈਮ ਤਲਬ ਮਨ ਵਿੱਚ ਆ ਰਹੀ ਹੈ, ਉਸ ਟਾਈਮ ਤੁਹਾਨੂੰ ਕੀ ਕਰਨਾ ਹੈ? ਜਿੱਥੇ ਵੀ ਤੁਸੀਂ ਬੈਠੇ ਹੋ, ਜੋ ਵੀ ਤੁਸੀਂ ਕਰ ਰਹੇ ਹੋ, ਉਸ ਨੂੰ ਛੱਡ ਕੇ ਤੁਸੀਂ ਕਿਤੇ ਹੋਰ ਚੱਲ ਜਾਓ, ਥੋੜ੍ਹਾ ਦੂਰ ਕਿੱਧਰ ਚੱਲ ਜਾਓ, ਕੰਨਾਂ ਵਿੱਚ ਗਾਣੇ ਲਗਾ ਲਓ ਜਾਂ ਫਿਰ ਕਿਸੇ ਨਾਲ ਗੱਲ ਕਰ ਲਵੋ ਜਾਂ ਲੈਪਟਾਪ 'ਤੇ ਕੁਝ ਦੇਖ ਲਵੋ। ਬੇਸਿਕਲੀ ਤੁਹਾਨੂੰ ਆਪਣੇ ਮਨ ਨੂੰ ਉਸ ਸਥਿਤੀ ਤੋਂ ਹਟਾਉਣਾ ਹੈ। ਤੀਸਰਾ ਡੀ ਹੁੰਦਾ ਹੈ ਡੀਪ ਬਰੀਦਿੰਗ। ਤੁਹਾਨੂੰ ਗਹਿਰਾ ਲੰਮਾ ਸਾਹ ਲੈਣਾ ਹੈ। ਗਹਿਰਾ ਲੰਮਾ ਸਾਹ ਮਤਲਬ 1 2 3 3 ਗਿਣ ਕੇ ਸਾਹ ਅੰਦਰ ਲੈਣਾ ਅਤੇ ਫਿਰ 5 'ਤੇ ਸਾਹ ਬਾਹਰ ਕੱਢਣਾ ਹੈ। 1 2 3 ਇੰਸਪੀਰੇਸ਼ਨ ਐਂਡ 4 5 'ਤੇ ਐਕਸਪੀਰੇਸ਼ਨ। ਅਗਰ ਤੁਸੀਂ ਮੈਨੂੰ ਦੇਖ ਰਹੇ ਹੋ ਕਿ ਇੰਸਪਾਇਰ ਨੋਸਟ੍ਰਿਲਸ ਤੋਂ ਅਤੇ ਜਦ ਮੈਂ ਬਾਹਰ ਕੱਢਿਆ ਅਤੇ ਉਹ ਮੈਂ ਮੂੰਹ ਰਾਹੀਂ ਕੱਢਿਆ। ਇੱਦਾਂ ਪਾਇਆ ਗਿਆ ਹੈ ਕਿ ਜਦੋਂ ਅਸੀਂ ਡੀਪ ਬਰੀਦਿੰਗ ਕਰਦੇ ਹਾਂ, ਉਸ ਵਕਤ ਥੋੜ੍ਹਾ ਜਿਹਾ ਮਨ ਰਿਲੈਕਸ ਹੁੰਦਾ ਹੈ, ਥੋੜ੍ਹੇ ਜਿਹੇ ਮਸਲਸ ਵੀ ਘੱਟ ਟੈਂਸ ਹੁੰਦੇ ਹੈ। ਚੌਥੀ ਚੀਜ਼ ਡਰਿੰਕਿੰਗ, ਮਤਲਬ ਲੋਟਸ ਆਫ ਵਾਟਰ। ਜਦੋਂ ਤੁਹਾਨੂੰ ਤਲਬ ਹੋ ਰਹੀ ਹੋਵੇ, ਤੁਸੀਂ ਆਪ ਸਿਗਰਟ ਨੂੰ ਛੱਡਣਾ ਪ੍ਰਯਾਸ ਕਰ ਰਹੇ ਹੋ, ਇਨਟੇਕ ਵਧਾ ਦੇਵੋ। ਜਿੰਨਾ ਜ਼ਿਆਦਾ ਵਾਟਰ ਇਨਟੇਕ ਰਹੇਗਾ ਓਨਾ ਵਧੀਆ ਹੋਵੇਗਾ। ਪੰਜਵਾਂ ਅਤੇ ਲਾਸਟ ਹੈ ਡਿਸਕਸ਼ਨ। ਤੁਹਾਡਾ ਕੋਈ ਵੀ ਫਰੈਂਡ ਜੋ ਕਿ ਬਹੁਤ ਕਲੋਜ਼ ਹੈ ਜਾਂ ਫਿਰ ਤੁਹਾਡੇ ਸਪਾਊਸ, ਵਾਈਫ ਜਾਂ ਹਸਬੈਂਡ, ਉਹਨਾਂ ਨਾਲ ਇੱਕ ਵਾਰ ਡਿਸਕਸ ਕਰੋ। ਜਿੱਦਾਂ ਮੰਨ ਲਵੋ ਤੁਹਾਨੂੰ ਤਲਬ ਹੋ ਰਹੀ ਹੈ, ਤੁਸੀਂ ਕਾਲ ਕਰਦੇ ਹੋ ਅਤੇ ਬੋਲਦੇ ਹੋ ਕਿ ਇਸ ਸਮੇਂ ਬਹੁਤ ਮਨ ਕਰ ਰਿਹਾ ਹੈ। ਉਹ ਕੁਝ ਆਪਣਾ ਸੁਝਾਅ ਦੇਣਗੇ ਕਿ ਬਾਹਰ ਚਲੇ ਜਾਓ
ਜਾਂ ਫਿਰ ਯਾਦ ਕਰੋ ਕਿ ਤੁਸੀਂ ਸਿਗਰਟ ਕਿਉਂ ਛੱਡਣਾ ਚਾਹੁੰਦੇ ਹੋ। ਬੇਸਿਕਲੀ ਡਿਸਕਸ਼ਨ ਨਾਲ ਕੀ ਹੁੰਦਾ ਹੈ, ਜੋ ਟਾਈਮ ਹੁੰਦਾ ਹੈ ਉਹ ਨਿਕਲ ਜਾਂਦਾ ਹੈ ਅਤੇ ਤਲਬ ਥੋੜ੍ਹੀ ਜਿਹੀ ਘੱਟ ਹੋ ਜਾਂਦੀ ਹੈ। ਸੋ ਇਹ 5 Ds ਹੈ: ਡਿਲੇ, ਡਿਸਟਰੈਕਟ, ਡੀਪ ਬਰੀਦਿੰਗ, ਡਿਸਕਸ ਔਰ ਡਰਿੰਕਿੰਗ। ਹੁਣ ਤੁਸੀਂ ਸਮੋਕਿੰਗ ਛੱਡ ਦਿੱਤੀ ਹੈ ਅਤੇ ਤੁਸੀਂ 4, 5, 10, 15, 20 ਦਿਨ ਕੱਢ ਚੁੱਕੇ ਹੋ, ਪਰ ਅਕਸਰ ਹੁੰਦਾ ਕੀ ਹੈ ਕਿ ਤੁਸੀਂ ਸਮੋਕਿੰਗ ਦੀ ਆਦਤ 'ਤੇ ਰਿਲੈਪਸ ਕਰ ਜਾਂਦੇ ਹੋ। ਰਿਲੈਪਸ ਮਤਲਬ ਵਾਪਿਸ ਚਲੇ ਜਾਂਦੇ ਹੋ। ਇੱਦਾਂ ਕਿਉਂ ਹੁੰਦਾ ਹੈ ਅਤੇ ਇਸ ਨੂੰ ਕਿਵੇਂ ਅਵੋਇਡ ਕਰ ਸਕਦੇ ਹੋ? ਪਹਿਲੀ ਗੱਲ, ਜਦੋਂ ਕਿਸੇ ਹੋਰ ਨੂੰ ਸਮੋਕਿੰਗ ਕਰਦੇ ਹੋਏ ਦੇਖਦੇ ਹੈ, ਇਹ ਬਹੁਤ ਇੰਪੋਰਟੈਂਟ ਕਾਰਨ ਹੈ ਰਿਲੈਪਸਿੰਗ ਦਾ, ਅਤੇ ਇਸ ਦਾ ਇੱਕ ਬਾਇਓਲੋਜੀਕਲ ਬੇਸਿਸ ਹੈ, ਸਾਇੰਟੀਫਿਕ ਬੇਸਿਸ ਹੈ। ਕਿਸੇ ਹੋਰ ਨੂੰ ਸਮੋਕ ਕਰਦੇ ਦੇਖਦੇ ਹੈ ਅਤੇ ਬ੍ਰੇਨ ਵਿੱਚ ਇੱਕ ਕੈਮੀਕਲ ਰਿਲੀਜ਼ ਹੁੰਦੇ ਹੈ ਜੋ ਕਿ ਇੱਕਦਮ ਇੰਟੈਂਸ ਅਰਜ ਜਾਂ ਕ੍ਰੇਵਿੰਗ ਨੂੰ ਲੈ ਕੇ ਆਉਂਦੇ ਹਨ। ਉਸ ਮੂਵਮੈਂਟ ਔਰ ਵੀਕਨੈਸ ਵਿੱਚ ਅਤੇ ਉਸ ਕੁਝ ਪਲ ਵਿੱਚ ਸਮੋਕਿੰਗ ਕਰਨਾ ਸ਼ੁਰੂ ਕਰ ਸਕਦੇ ਹਾਂ। ਇੱਕ ਵਾਰ ਸ਼ੁਰੂ ਕਰਤੀ, ਫਿਰ ਉਹ ਹੁੰਦੀ ਚਲੀ ਜਾਂਦੀ ਹੈ, ਵੱਧਦਾ ਚਲਾ ਜਾਂਦਾ ਹੈ। ਅਤੇ ਕਿਸ ਟਾਈਮ ਵਿੱਚ ਤੁਸੀਂ ਰਿਲੈਪਸ ਕਰਦੇ ਹੋ ਅਤੇ ਵਾਪਿਸ ਸਮੋਕਿੰਗ ਵਿੱਚ ਜਾਂਦੇ ਹੋ। ਅਗਰ ਅਸੀਂ ਕਿਸੇ ਨੂੰ ਸਮੋਕ ਕਰਦੇ ਦੇਖ ਲੈਂਦੇ ਹਾਂ ਪਹਿਲਾਂ। ਦੂਸਰਾ, ਜਿਸ ਟਾਈਮ 'ਤੇ ਅਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਹਾਂ, ਇਹ ਇਮੋਸ਼ਨਸ ਹੈਪੀ ਐਂਡ ਸੈਡ ਵੀ ਹੋ ਸਕਦੇ ਹਨ। ਮੰਨ ਲਓ ਸਿਗਰਟ ਛੱਡੇ 1 ਮਹੀਨਾ ਹੋ ਗਿਆ, ਪ੍ਰੋਜੈਕਟ ਮਿਲਿਆ ਸੀ ਤੁਹਾਨੂੰ ਕੋਈ, ਉਸਨੂੰ ਕੰਪਲੀਟ ਕਰ ਲਿਆ ਅਤੇ ਹੁਣ ਤੁਸੀਂ ਬਹੁਤ ਰਿਲੈਕਸ ਫੀਲ ਕਰ ਰਹੇ ਹੋ ਅਤੇ ਬਹੁਤ ਖੁਸ਼ ਫੀਲ ਕਰ ਰਹੇ ਹੋ, ਰਿਲੀਫ ਫੀਲ ਕਰ ਰਹੇ ਹੋ। ਤੁਹਾਡੇ ਮਨ ਵਿੱਚ ਇੱਕਦਮ ਖਿਆਲ ਆਉਂਦਾ ਹੈ ਕਿ ਅੱਜ ਤੇ ਇੱਕ ਸਿਗਰਟ ਪੀਣਾ ਬਣਦਾ ਹੈ, ਅਤੇ ਉਹ ਇੱਕ ਸਿਗਰਟ ਉਸ ਪ੍ਰੋਸੈਸ ਨੂੰ ਸ਼ੁਰੂ ਕਰ ਦਿੰਦੀ ਹੈ। ਅਤੇ ਤੁਹਾਨੂੰ ਇੰਨਾ ਇਮੋਸ਼ਨਲ ਟਾਈਮ 'ਤੇ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਹੈਪੀ ਦੀ ਜਗ੍ਹਾ ਸੈਡ ਇਮੋਸ਼ਨਸ ਵੀ ਹੋ ਸਕਦਾ ਹੈ। ਮੰਨ ਲਓ ਤੁਹਾਡੀ ਵਾਈਫ ਨਾਲ ਲੜਾਈ ਹੋ ਗਈ ਜਾਂ ਗਰਲਫ੍ਰੈਂਡ, ਅਤੇ ਤੁਸੀਂ ਬਹੁਤ ਗੁੱਸੇ ਹੋ, ਬਹੁਤ ਨਾਰਾਜ਼ ਹੋ, ਬਹੁਤ ਫਰਸਟ੍ਰੇਟਿਡ ਹੋ, ਅਤੇ ਤੁਹਾਨੂੰ ਲੱਗਦਾ ਹੈ ਕਿ ਚਲੋ ਛੱਡੋ, ਸਿਗਰਟ ਪੀ ਕੇ ਥੋੜ੍ਹਾ ਰਿਲੈਕਸ ਕਰ ਲੈਂਦੇ ਹਾਂ। ਉਹ ਲੜਾਈ ਤਾਂ ਖਤਮ ਹੋ ਜਾਊਗੀ, ਪਰ ਜਿਹੜੀ ਆਦਤ ਹੈ ਉਹ ਫਿਰ ਤੋਂ ਸ਼ੁਰੂ ਹੋ ਜਾਊਗੀ। ਫਿਰ ਤੁਹਾਨੂੰ ਉਹ ਛੱਡਣ 'ਤੇ ਐਫਰਟ ਲਗਾਉਣੇ ਪੈਣਗੇ। ਤੀਸਰੀ ਚੀਜ਼, ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਸਮੋਕਿੰਗ ਛੱਡਣ ਤੋਂ ਬਾਅਦ ਕਈ ਵਾਰ ਲੋਕ ਡਰਿੰਕ ਕਰਦੇ ਅਤੇ ਉਹ ਰਿਲੈਪਸ ਕਰ ਜਾਂਦੇ। ਤੁਹਾਨੂੰ ਸਮੋਕਿੰਗ ਛੱਡੇ ਨੂੰ ਮਹੀਨਾ ਹੋ ਗਿਆ ਅਤੇ ਤੁਸੀਂ ਹੁਣ ਫਰੈਂਡਸ ਨਾਲ ਬੈਠੇ ਹੋ, ਡਰਿੰਕ ਕੀਤੀ, ਡਰਿੰਕ ਨਾਲ ਸਮੋਕ ਸ਼ੁਰੂ ਕੀਤੀ, ਅਤੇ ਫਿਰ ਤੋਂ ਉਹ ਪੈਟਰਨ ਤੁਹਾਡਾ ਸਟਾਰਟ ਹੋ ਜਾਂਦਾ ਹੈ। ਚੌਥਾ, ਇਹ ਵੀ ਪਾਇਆ ਗਿਆ ਹੈ ਕਿ ਤੁਸੀਂ ਘਰ ਵਿੱਚ ਬੈਠੇ ਹੋ, ਕੋਈ ਕੰਮ ਨਹੀਂ ਅਤੇ ਬੋਰ ਹੋ ਰਹੇ ਹੋ, ਕੁਝ ਸਮਝ ਨਹੀਂ ਆਇਆ, ਅਤੇ ਨੀਚੇ ਜਾ ਕੇ ਦੁਕਾਨ ਤੋਂ ਸਿਗਰਟ ਲੈ ਆਏ ਅਤੇ ਸਮੋਕਿੰਗ ਕਰ ਲਈ। ਇਹ ਕੁਝ ਕਾਮਨ ਚੀਜ਼ਾਂ ਹਨ ਜਿਸ ਵਿੱਚ ਲੋਕ ਰਿਲੈਪਸ ਕਰ ਜਾਂਦੇ ਹਨ। ਡਿਫਰੈਂਟ ਲੋਕਾਂ ਵਿੱਚ ਡਿਫਰੈਂਟ ਚੀਜ਼ਾਂ ਹੋ ਸਕਦੀਆਂ ਹਨ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਰਿਲੈਪਸਿਸ ਨੂੰ ਅਵੋਇਡ ਕਿੱਦਾਂ ਕੀਤਾ ਜਾ ਸਕਦਾ। ਜਦੋਂ ਤੁਸੀਂ ਸਮੋਕਿੰਗ ਜਾਂ ਕਿਸੇ ਵੀ ਨਸ਼ੇ ਨੂੰ ਛੱਡਦੇ ਹੋ ਅਤੇ ਉਸ ਟਾਈਮ ਸਾਡਾ ਦਿਮਾਗ ਥੋੜ੍ਹਾ ਜਿਹਾ ਵਲਨਰੇਬਲ ਹੁੰਦਾ ਹੈ, ਪ੍ਰਤੀਕ ਹੁੰਦਾ ਹੈ ਅਤੇ ਥੋੜ੍ਹਾ ਜਿਹਾ ਕਮਜ਼ੋਰ ਹੁੰਦਾ ਹੈ। ਉਸ ਟਾਈਮ ਸਾਨੂੰ ਆਪਣੇ ਮਾਈਂਡ ਨੂੰ ਥੋੜ੍ਹਾ ਜਿਹਾ ਬਚਾ ਕੇ ਅਤੇ ਸੰਭਾਲ ਕੇ ਚੱਲਣਾ ਹੁੰਦਾ ਹੈ। ਲੋਕ ਗਲਤੀ ਕੀ ਕਰਦੇ ਹੈ, ਸਮੋਕਿੰਗ ਆਪੇ ਛੱਡ ਦਿੱਤੀ, ਪਰ ਕਹਿੰਦੇ ਹਨ ਕਿ ਠੀਕ ਹੈ, ਮੈਂ ਜਿੰਨਾ ਦੋਸਤਾਂ ਨਾਲ ਸਮੋਕਿੰਗ ਕਰਦਾ ਸੀ ਉਹਨਾਂ ਨਾਲ ਜਾ ਕੇ ਖੜਾ ਤੇ ਹੋਵਾਂਗਾ, ਪਰ ਸਮੋਕ ਨਹੀਂ ਕਰੂੰਗਾ। ਹੁਣ ਇਹ ਬਹੁਤ ਗਲਤ ਤਰੀਕਾ ਹੈ। ਤੁਹਾਡਾ ਮਨ ਸਮੋਕਿੰਗ ਦਾ, ਜੋ ਕਿ ਹਾਲੇ ਤੁਸੀਂ ਛੱਡਿਆ ਹੈ, ਜੋ ਕਿ ਹਾਲੇ ਵੀ ਸਟਰਗਲ ਕਰ ਰਿਹਾ ਹੈ,
ਉਸ ਦੇ ਸਾਹਮਣੇ ਜਦ 4 ਲੋਕ ਸਮੋਕ ਕਰਨਗੇ ਤੇ ਆਫ ਕੋਰਸ ਉਸ ਦਾ ਫਿਰ ਤੋਂ ਸਮੋਕ ਕਰਨ ਦੀ ਟੈਂਡੈਂਸੀ ਵੱਧ ਜਾਂਦੀ ਹੈ। ਤੇ ਤੁਹਾਨੂੰ ਆਪਣੇ ਆਪ ਨੂੰ ਉਸ ਸਿਚੁਏਸ਼ਨ ਵਿੱਚ ਪਾਉਣਾ ਹੀ ਨਹੀਂ ਹੈ ਜਿੱਥੇ ਕਿ ਤੁਹਾਡੇ ਸਮੋਕਿੰਗ ਕਰਨ ਦੇ ਚਾਂਸਿਸ ਵਧਣ। ਅਗਰ ਤੁਸੀਂ 4 ਦੋਸਤਾਂ ਨਾਲ ਸਮੋਕ ਕਰਦੇ ਹੋ ਤੇ ਤੁਸੀਂ ਉਹਨਾਂ ਨਾਲ ਨਾ ਖੜੇ ਹੋਵੋ। ਇਹ ਜੋ ਵਿਚਾਰ ਹਨ ਕਿ ਮੈਂ ਖੜਾ ਤੇ ਹੋਵਾਂਗਾ ਦੋਸਤਾਂ ਨਾਲ ਪਰ ਸਮੋਕ ਨਹੀਂ ਕਰੂੰਗਾ, ਤੇ ਇਹ ਚੱਲਦਾ ਹੀ ਨਹੀਂ। 1 ਦਿਨ ਚੱਲੇਗਾ, 2 ਦਿਨ ਚੱਲੇਗਾ ਅਤੇ ਤੀਸਰੇ ਦਿਨ ਤੁਸੀਂ ਸਮੋਕ ਕਰ ਬੈਠੋਗੇ। ਤੇ ਇਹਨਾਂ ਸਿਚੁਏਸ਼ਨਸ ਨੂੰ ਅਵੋਇਡ ਕਰੋ। ਦੋਸਤਾਂ ਵਿੱਚ ਹੀ ਨਹੀਂ, ਪਰ ਕਈ ਵਾਰ ਹੁੰਦਾ ਹੈ ਕਿ ਇੱਕ ਪਾਰਟੀ ਆ ਗਈ, ਪਾਰਟੀ ਵਿੱਚ ਤੁਸੀਂ ਗਏ, ਪਾਰਟੀ ਵਿੱਚ ਸਾਰੇ ਲੋਕ ਸਮੋਕ ਕਰ ਰਹੇ ਹੈ ਅਤੇ ਤੁਸੀਂ ਵੀ 2 ਕਸ਼ ਲਗਾ ਲਏ ਅਤੇ ਤੁਸੀਂ ਰਿਲੈਪਸ ਕਰ ਗਏ। ਅਗਰ ਤੁਹਾਨੂੰ ਪਤਾ ਹੈ ਕਿ ਜਿਹੜੀ ਪਾਰਟੀ ਵਿੱਚ ਤੁਸੀਂ ਜਾ ਰਹੇ ਹੋ ਤੇ ਉਸ ਪਾਰਟੀ ਵਿੱਚ ਸਮੋਕਿੰਗ ਹੈ ਤੇ ਉਸ ਪਾਰਟੀ ਨੂੰ ਤੁਸੀਂ ਅਵੋਇਡ ਕਰੋ। ਤੇ ਪਹਿਲਾਂ ਅਸੀਂ ਬੋਲਿਆ ਕਿ ਉਹਨਾਂ ਕੰਡੀਸ਼ਨਸ ਨੂੰ ਅਵੋਇਡ ਕਰੋ ਜਿੱਥੇ ਰਿਲੈਪਸ ਦੇ ਚਾਂਸਿਸ ਜ਼ਿਆਦਾ ਹਨ। ਦੂਸਰੀ ਚੀਜ਼, ਅਸੀਂ ਜਦ ਸਮੋਕਿੰਗ ਕਰਦੇ ਹਾਂ, ਬੀੜੀ ਜਾਂ ਗੁਟਕਾ ਖਾਂਦੇ ਹਾਂ ਤੇ ਸਿਰਫ ਸਾਨੂੰ ਨਿਕੋਟੀਨ ਦੀ ਹੀ ਇਕੱਲੀ ਲੱਤ ਨਹੀਂ ਲੱਗਦੀ, ਸਾਨੂੰ ਉਹਨਾਂ ਗੱਲਾਂ ਦੀ ਵੀ ਲੱਤ ਹੋ ਜਾਂਦੀ ਹੈ ਕਿ ਅਸੀਂ ਔਰਲੀ ਕੁਝ ਲੈ ਰਹੇ ਹਾਂ ਜਾਂ ਇਨਟੇਕ ਕਰ ਰਹੇ ਹਾਂ ਜਾਂ ਕੋਈ ਚੀਜ਼ ਮੂੰਹ ਵਿੱਚ ਰੱਖ ਰਹੇ ਹਾਂ। ਜਦੋਂ ਅਸੀਂ ਸਮੋਕਿੰਗ ਛੱਡਦੇ ਹਾਂ ਤੇ ਫਿਰ ਸਾਨੂੰ ਸਮੋਕ ਨੂੰ ਜਾਂ ਸਿਗਰਟ ਨੂੰ ਅਲਟਰਨੇਟਿਵ ਦੇਣਾ ਪੈਂਦਾ ਹੈ ਆਪਣੀ ਬੋਡੀ ਨੂੰ। ਅਸੀਂ ਸਿਗਰਟ ਨਾ ਰੱਖ ਕੇ ਮੂੰਹ ਵਿੱਚ ਮਾਊਥ ਫਰੈਸ਼ਨਰ ਰੱਖ ਲੈਂਦੇ ਹਾਂ ਜਾਂ ਟੌਫੀ ਰੱਖ ਲੈਂਦੇ ਹਾਂ ਜਾਂ ਫਿਰ ਕੋਈ ਚਿੰਗਮ ਰੱਖ ਲੈਂਦੇ ਹਾਂ। ਤੇ ਉਸ ਨਾਲ ਹੁੰਦਾ ਕਿ ਜੋ ਸਾਨੂੰ ਆਦਤ ਪਈ ਹੁੰਦੀ ਹੈ ਲਾਈਕ ਸਮਥਿੰਗ ਇਨ ਆਵਰ ਮਾਊਥ, ਉਹ ਆਦਤ ਡਿਸਟਰਬ ਨਹੀਂ ਹੁੰਦੀ ਅਤੇ ਅਸੀਂ ਸਮੋਕਿੰਗ ਤੋਂ ਬਚ ਪਾਉਂਦੇ ਹਾਂ। ਇਹਨੂੰ ਕਹਿੰਦੇ ਹਾਂ ਅਲਟਰਨੇਟਿਵ ਦ ਹੈਬਿਟ। ਤੀਸਰੀ ਚੀਜ਼ ਤੁਹਾਨੂੰ ਇੱਕ ਟੈਕਨੀਕ ਦੱਸਦੀ ਜਿਸ ਨੂੰ ਕਹਿੰਦੇ ਰਿਵਾਰਡਿੰਗ ਯੋਰਸੈਲਫ। ਇੱਦਾਂ ਪਾਇਆ ਗਿਆ ਹੈ ਕਿ ਮੰਨ ਲਓ ਦਿਨ ਵਿੱਚ 1 ਪੈਕ ਸਿਗਰਟ ਸਮੋਕ ਕਰਦੇ ਹੋ ਅਤੇ ਉਸ ਦੀ ਕੋਸਟ 50 ਜਾਂ 100 ਹੈ, ਮੈਨੂੰ ਨਹੀਂ ਪਤਾ, ਪਰ ਜੋ ਵੀ ਕੋਸਟ ਹੈ ਇੱਦਾਂ ਪਾਇਆ ਗਿਆ ਹੈ ਕਿ ਉਸ ਕੋਸਟ ਵਿੱਚ ਆਪਣੇ ਆਪ ਨੂੰ ਕੁਝ ਹੋਰ ਦੇਵੋ ਜਾਂ ਉਸ ਅਮਾਊਂਟ ਦਾ ਆਪਣੇ ਆਪ ਨੂੰ ਕੁਝ ਗਿਫਟ ਕਰੋ, ਤਾਂ ਵੀ ਤੁਸੀਂ ਕਮਿਟਮੈਂਟ ਡਿਸੀਜ਼ ਕਰਦੇ ਹੋ। ਮੰਨ ਲਵੋ ਕਿ ਰੋਜ਼ ਦਾ ਸਿਗਰਟ ਦਾ ਖਰਚਾ 100 ਹੈ ਅਤੇ ਮਹੀਨੇ ਦਾ ਖਰਚਾ ਹੋ ਗਿਆ 3000 ਸੌਰੀ। ਅਤੇ ਜਿਸ ਦਿਨ ਤੁਸੀਂ ਸਿਗਰਟ ਛੱਡਦੇ ਹੋ ਉਸ ਦੇ 5 ਤੋਂ 7 ਦਿਨ ਬਾਅਦ ਤੁਸੀਂ ਆਪਣੇ ਲਈ ਕੁਝ ਐਵੇਂ ਦਾ ਸਮਾਨ ਲੈ ਕੇ ਆਓਗੇ ਕਿ ਤੁਸੀਂ ਚਾਹੁੰਦੇ ਸੀ ਲੈਣਾ ਪਰ ਲਿੱਤਾ ਨਹੀਂ ਸੀ। ਉਹ ਕੋਈ ਬੋਟਲ ਵੀ ਹੋ ਸਕਦੀ ਹੈ ਜਾਂ ਫਿਰ ਉਹ ਇੱਕ ਗੇਮ ਵੀ ਹੋ ਸਕਦੀ ਹੈ, ਵਟਐਵਰ ਯੂ ਲਾਈਕ। ਜੇਕਰ ਤੁਹਾਡਾ ਸਮੋਕਿੰਗ ਦਾ ਖਰਚਾ ਜ਼ਿਆਦਾ ਹੈ ਤਾਂ ਤੁਸੀਂ ਕੋਈ ਮਹਿੰਗੀ ਚੀਜ਼ ਵੀ ਲੈ ਸਕਦੇ ਹੋ। ਇਹਨਾਂ ਸਭ ਚੀਜ਼ਾਂ ਦਾ ਰੀਜ਼ਨ ਕੀ ਹੈ? ਇਹ ਬੇਸਿਕਲੀ ਸਾਡੀ ਕਮਿਟਮੈਂਟ ਨੂੰ ਹੋਰ ਗਹਿਰਾ ਕਰਦਾ ਹੈ, ਸਾਡੇ ਰਿਜ਼ੋਲਵ ਨੂੰ ਹੋਰ ਗਹਿਰਾ ਕਰਦਾ ਹੈ। ਲਾਸਟਲੀ, ਸਮੋਕਿੰਗ ਛੱਡਣ ਤੋਂ ਬਾਅਦ ਐਕਸਰਸਾਈਜ਼ ਦੀ ਬੜੀ ਜ਼ਰੂਰਤ ਰਹਿੰਦੀ ਹੈ ਕਿਉਂਕਿ ਪਾਇਆ ਗਿਆ ਹੈ ਕਿ ਸਮੋਕਿੰਗ ਛੱਡਣ ਤੋਂ ਬਾਅਦ ਭੁੱਖ ਵੀ ਵੱਧ ਜਾਂਦੀ ਹੈ ਅਤੇ ਮਨ ਵੀ ਡਿਪਰੈਸ ਜਾਂ ਹੋਣ ਲੱਗ ਜਾਂਦਾ ਹੈ। ਐਕਸਰਸਾਈਜ਼ ਕਰਨ ਦਾ ਫਾਇਦਾ ਕੀ ਹੈ? ਅਗਰ ਤੁਹਾਡਾ ਫੂਡ ਇਨਟੇਕ ਵਧਿਆ ਹੋਵੇ ਤੇ ਐਕਸਰਸਾਈਜ਼ ਕਰਨ ਨਾਲ ਤੁਹਾਡਾ weight ਸਟੇਬਲ ਰਹੂਗਾ। ਮੋਰ ਇੰਪੋਰਟੈਂਟਲੀ, ਖੁਦ ਨੂੰ ਫਿਟ ਰੱਖਣ ਲਈ ਐਕਸਰਸਾਈਜ਼ ਤੋਂ ਵਧੀਆ ਕੋਈ ਚੀਜ਼ ਨਹੀਂ ਹੈ। ਤੇ ਇਹ ਕੁਝ ਇਹੋ ਜਿਹੀਆਂ ਚੀਜ਼ਾਂ ਹਨ ਜਿਸ ਨੂੰ ਕਰਕੇ ਸਾਡੇ ਚਾਂਸਿਸ ਆਫ ਕੁਇਟਿੰਗ ਸਮੋਕਿੰਗ ਵੱਧ ਜਾਂਦੇ ਹਨ ਅਤੇ ਇਹ ਸਾਰੇ ਪ੍ਰਿੰਸੀਪਲਸ ਗੁਟਕਾ, ਸਿਗਰਟ, ਪਾਨ ਮਸਾਲਾ ਜਾਂ ਫਿਰ ਬੀੜੀ ਸਮੋਕ ਕਰਨ ਵਿੱਚ ਵੀ ਇਕੁਅਲੀ ਐਪਲੀਕੇਬਲ ਰਹਿੰਦੇ ਹਨ। ਨੈਕਸਟ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਨਿਕੋਟਿਨ ਗਮਸ ਜੋ ਹੈ, ਜਿਸ ਨੂੰ ਕਾਫੀ ਕਾਮਨਲੀ ਯੂਜ਼ ਕੀਤਾ ਜਾਂਦਾ ਹੈ, ਉਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ,
ਕਿਉਂਕਿ ਮੈਕਸਿਮਮ ਲੋਕਾਂ ਦਾ ਯੂਜ਼ ਕਰਨ ਦਾ ਤਰੀਕਾ ਗਲਤ ਹੁੰਦਾ ਹੈ, ਇਸ ਲਈ ਉਹਨਾਂ ਨੂੰ ਰਿਜ਼ਲਟਸ ਨਹੀਂ ਮਿਲਦੇ। ਮੈਨੂੰ ਉਮੀਦ ਹੈ ਕਿ ਸਾਡੇ ਇਹਨਾਂ ਟਿਪਸ ਨਾਲ ਤੁਹਾਨੂੰ ਕੁਝ ਫਾਇਦਾ ਹੋਵੇਗਾ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਇੱਦਾਂ ਦੇ ਇੰਪੋਰਟੈਂਟ ਟੌਪਿਕਸ 'ਤੇ ਅਸੀਂ ਵੀਡੀਓ ਬਣਾਉਂਦੇ ਰਹੀਏ। ਥੈਂਕ ਯੂ ਜੀ।